Today we are discuss about to the banking of commercial banks ਲਿਖਿਆ ਹੋਇਆ ਸੌਰੀ ਇੱਥੇ ਸੈਂਟਰਲ ਬੈਂਕਸ ਆਉਣਾ ਸੀ ਵੈਸੇ ਪਾਰਟ ਸੈਕਿੰਡ ਹੈ ਤੇ ਇਕਨੋਮਿਕਸ ਦਾ ਪਾਰਟ ਆ ਸਟਾਰਟ ਕਰਦੇ ਹਾਂ ਸੈਸ਼ਨ ਦੇ ਵਿੱਚ ਜਿਹੜਾ ਫਸਟ ਆ ਉਹ ਹੈਗਾ ਇੰਟਰੋਡਕਸ਼ਨ ਦੇ ਵਿੱਚ ਹੈ ਆਰਬੀਆਈ ਦੇ ਬਾਰੇ ਵੀ ਆਰਬੀਆਈ ਬੈਂਕ ਕੀ ਆ ਉਹ ਕੀ ਚੈੱਕ ਕਰਦੀ ਹੈ ਜਾਂ ਕਦੋਂ ਸਟੈਬਲਿਸ਼ ਹੋਈ ਦੇਖੋ RBI regulate to the commercial bank and non-banking financial banks working in the India ਵੀ ਇੰਡੀਆ ਦੇ ਵਿੱਚ ਜਿਹੜੇ ਕਮਰਸ਼ੀਅਲ ਬੈਂਕਸ ਨੇ ਜਾਂ ਹੋਰ ਫਾਈਨੈਂਸ ਇੰਸਟੀਟਿਊਟ ਨੇ ਜਿਵੇਂ ਕਿ ਆ ਮਠੂਟ ਫਾਈਨੈਂਸ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਰਕਿੰਗ ਦੇਖਦੀ ਆ ਉਹ ਕੌਣ ਦੇਖਦੀ ਆ ਆਰਬੀਆਈ ਦੇਖਦੀ ਆ ਤੇ ਇਟ ਸਰਵਸ ਟੂ ਦੀ ਲੀਡ ਦੈਟ ਦੀ ਬੈਂਕਿੰਗ ਸਿਸਟਮ ਐਂਡ ਮਨੀ ਮਾਰਕੀਟ ਕਹਿੰਦੇ ਉਹ ਬੈਂਕਿੰਗ ਸਿਸਟਮ ਵੀ ਦੇਖਦੀ ਆ ਮਨੀ ਮਾਰਕੀਟ ਵੀ ਦੇਖਦੀ ਆ ਜਾਣੀ ਕਿ ਸ਼ੇਅਰ ਕੈਪੀਟਲ ਦੇ ਉੱਤੇ ਵੀ ਇਹਦੀ ਪੂਰੀ ਨਿਗਰਾਨੀ ਹੁੰਦੀ ਆ ਵੀ ਸ਼ੇਅਰ ਕੈਪੀਟਲ ਦੇ ਵਿੱਚੋਂ ਕੋਈ ਜ਼ਿਆਦਾ ਪੈਸੇ ਗਲਤ ਕੋਈ ਕੰਪਨੀ ਨਾ ਆਪਾਂ ਨੂੰ ਰਜਿਸਟਰ ਕਰਾ ਲਵੇ ਤੇ ਜਾਂ ਪੈਸੇ ਲੋਕਾਂ ਦੇ ਕੀ ਨੇ ਉਹ ਖਰਾਬ ਨਾ ਹੋ ਜਾਣ ਤਾਂ ਇਹ ਸਾਰੀਆਂ ਚੀਜ਼ਾਂ ਦੇਖਦੀ ਆ ਇਹ ਕੀ ਆ ਇੰਡੀਆ ਦੀ ਜਿਹੜੀ ਮੋਨੀਟਰੀ ਪਾਲਿਸੀ ਆ ਉਹਨੂੰ ਬਣਾਉਂਦੀ ਆ ਮੋਨੀਟਰੀ ਪਾਲਿਸੀ ਕਿਹੜੀ ਹੁੰਦੀ ਆ ਜਿਹਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਆ ਵੀ ਨਿਊ ਕਰੰਸੀ ਇਸ਼ੂ ਕਰਨਾ ਡੈਫਿਸਿਟ ਫਾਈਨੈਂਸਿੰਗ ਉਹ ਅੱਗੇ ਜਾ ਕੇ ਪੜਾਂਗੇ ਤਾਂ ਇਹ ਸਾਰੀਆਂ ਵਰਕਿੰਗ ਆਰਬੀਆਈ ਕਰਦੀ ਆ ਹੁਣ ਦੇਖੋ ਮੇਨ ਚੀਜ਼ ਕੀ ਆ ਵੀ ਇਹ ਸੁਪਰਵਿਜ਼ਨ ਕਰਦੀ ਆ ਬੈਂਕਿੰਗ ਤੇ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਡੀਆ ਦੇ ਉੱਤੇ ਕਦੋਂ ਸਟੈਬਲਿਸ਼ ਹੋਈ ਸੀ ਇਹ ਯਾਦ ਰੱਖਣਾ ਤੁਸੀਂ 1935 ਨੂੰ ਸਟੈਬਲਿਸ਼ ਹੋਈ ਸੀ ਅੰਡਰ ਦੀ ਰਿਜ਼ਰਵ ਬੈਂਕ ਐਕਟ 1934 ਮੈਂ ਵੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਕਮਰਸ਼ੀਅਲ ਬੈਂਕਸ ਜਿਹੜੇ ਸ਼ਡਿਊਲ ਬੈਂਕ ਸੀਗੇ ਉਹ 1934 ਐਕਟ ਦੇ ਅੰਡਰ ਰਜਿਸਟਰਡ ਹੋਏ ਹੁੰਦੇ ਆ ਬਟ ਜਿਹੜੀ ਆਰਬੀਆਈ ਉਹ ਕਦੋਂ ਸਟੈਬਲਿਸ਼ ਹੋਈ ਸੀਗੀ 1935 ਦੇ ਵਿੱਚ ਇਹ ਯਾਦ ਰੱਖਣਾ ਤੁਸੀਂ ਠੀਕ ਹੈ ਨੈਕਸਟ ਹੈ ਡੈਫੀਨੇਸ਼ਨ ਸੈਂਟਰਲ ਬੈਂਕ ਦੀ A central bank is reserve bank or monetary authority is an institute that manages the currency, money supply and interest rate of the states and formal monetary unions and oversees the financial commercial ਬੈਂਕਿੰਗ ਸਿਸਟਮ ਵੀ ਸੈਂਟਰਲ ਬੈਂਕ ਕੀ ਆ ਰਿਜ਼ਰਵ ਬੈਂਕ ਵੀ ਕਿਹਾ ਜਾਂਦਾ ਤੇ ਇਹਦਾ ਮੇਨ ਮੋਟਿਵ ਕੀ ਆ ਕਰੰਸੀ ਛਾਪਣਾ ਫਿਰ ਕੀ ਆ ਬੈਂਕ ਮਨੀ ਦੀ ਸਪਲਾਈ ਨੂੰ ਪੂਰਾ ਕਰਨਾ ਤੇ ਹੋਰ ਕੀ ਆ ਇੰਟਰਸਟ ਜਿਹੜਾ ਵਾ ਸਟੇਟਸ ਨੂੰ ਆ ਉਹਨਾਂ ਨੂੰ ਪ੍ਰੋਵਾਈਡ ਕਰਵਾਉਣਾ ਇਹ ਸਾਰਾ ਕੰਮ ਕਿਹਦਾ ਵਾ ਸੈਂਟਰਲ ਬੈਂਕ ਦਾ ਵਾ ਠੀਕ ਹੈ ਜੀ ਨੈਕਸਟ ਆ ਪਿਕਚਰ ਦਿਖਾਈ ਗਿਆ ਸੈਂਟਰਲ ਬੈਂਕ ਇਹਦਾ ਮਨੀ ਦੇ ਨਾਲ ਡੀਲ ਹੁੰਦਾ ਤੇ ਇਹ ਪਰਸਨਸ ਨੂੰ ਮੈਨੇਜ ਕਰਦੀ ਆ ਤਾਂ ਜੋ ਕੀ ਆ ਉਹ ਪੈਸੇ ਨੂੰ ਰੈਗੂਲੇਟ ਕਰਦੇ ਨੂੰ ਚੈੱਕ ਕਰ ਸਕੇ ਨੈਕਸਟ ਸੈਂਟਰਲ ਬੈਂਕ ਸਭ ਤੋਂ ਇੰਪੋਰਟੈਂਟ ਕੁਐਸਚਨ ਆ ਸੈਂਟਰਲ ਬੈਂਕ ਦੇ ਪੁਆਇੰਟ ਆਫ ਵਿਊ ਨਾਲ ਵੀ ਇਹਦੇ ਮੇਨ ਕਿਹੜੇ ਕੰਮ ਨੇ ਆ ਮੇਨ ਕੰਮ ਦੱਸੇ ਹੋਏ ਨੇ ਦੇਖੋ ਇਸ਼ੂ ਆਫ ਕੁਆਇਨਸ ਜਾਂ ਨੋਟਸ ਠੀਕ ਹੈ ਜੀ ਫਿਰ ਕੀ ਆ ਲੈਂਡਰ ਆਫ ਦੀ ਲਾਸਟ ਰਿਸੋਰਸ ਆਫ ਦੀ ਬੈਂਕ ਦਾ ਸਭ ਤੋਂ ਲਾਸਟ ਰਿਸੋਰਸ ਹੁੰਦਾ ਹੈ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ ਡਾਇਗਰਾਮ ਤੁਹਾਨੂੰ ਅਟਰੈਕਟਿਵ ਕਰਨ ਦੇ ਲਈ ਬਣਾਉਣ ਦੇ ਲਈ ਮੈਂ ਲਿਖੀ ਆ ਨੈਕਸਟ ਹੈਗਾ ਲੈਂਡਰਸ ਆਫ ਠੀਕ ਹੈ ਜੀ ਉਸ ਤੋਂ ਬਾਅਦ ਹੈ ਇੰਸ਼ੋਰਸ ਟੂ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਸਹੀ ਬਣਾਉਣ ਦੇ ਲਈ ਵੀ ਇਹ ਵਰਕ ਕਰਦੀ ਆ ਫਿਰ ਹੈਗਾ ਗਰੋਥ ਐਂਡ ਇੰਪਲੋਇਮੈਂਟ ਲੋਕਾਂ ਨੂੰ ਰੁਜ਼ਗਾਰ ਪੈਦਾ ਕਰਨਾ ਅਚੀਵਿੰਗ ਟੂ ਦੀਆਂ ਮੈਕਰੋ ਇਕਨੋਮਿਕਸ ਟਾਰਗੇਟ ਵੀ ਉਹ ਪੂਰੀ ਕੰਟਰੀ ਦੇ ਕਿਹੜੇ ਟਾਰਗੇਟਸ ਨੇ ਉਹਨੂੰ ਕਿਵੇਂ ਅਚੀਵ ਕਰਨਾ ਵਾ ਸੈੱਟ ਦੀ ਇੰਟਰਸਟ ਰੇਟ ਜਿਹੜੇ ਇੰਟਰਸਟ ਰੇਟ ਨੇ ਉਹਨੂੰ ਪੂਰਾ ਕਰਨਾ ਵਾ ਇਨਫਲੇਸ਼ਨ ਟਾਰਗੇਟ ਵੀ ਜਿਹੜਾ ਸਾਡੇ ਕੋਲ ਕੀ ਆ ਮਹਿੰਗਾਈ ਨੂੰ ਕਿਵੇਂ ਕੰਟਰੋਲ ਕਰਨਾ ਇਹ ਸਾਰੇ ਵਰਕ ਇਹ ਕਰਦੀ ਆ ਹੁਣ ਇਹਦੇ ਬਾਰੇ ਡਿਸਕਸ ਕਰਦੇ ਆ ਦੇਖੋ ਫਸਟ ਹੈਗਾ ਇਹਦਾ ਫੰਕਸ਼ਨ ਇਸ਼ੂ ਦੀ ਕਰੰਸੀ ਜਾਂ ਇਸ਼ੂ ਨਿਊ ਨੋਟਸ ਠੀਕ ਹੈ ਜੀ ਵੀ ਜਿਹੜਾ ਬੈਂਕ ਹੁੰਦਾ ਸੈਂਟਰਲ ਬੈਂਕ ਆ ਉਹਨੂੰ ਸਾਰਿਆਂ ਦਾ ਫਾਦਰ ਸਾਹਿਬ ਮੰਨਿਆ ਜਾਂਦਾ ਜਾਣੀ ਕਿ ਕਹਿ ਦੋ ਵੀ ਉਹਨਾਂ ਦਾ ਸਾਰਿਆਂ ਦਾ ਪਿਤਾ ਮੰਨਿਆ ਜਾਂਦਾ ਕਮਰਸ਼ੀਅਲ ਬੈਂਕਸ ਦਾ ਤਾਂ ਇਹ ਕੀ ਕਰਦਾ ਵਾ ਇਹ ਨੋਟ ਇਸ਼ੂ ਕਰਦਾ ਵਾ ਤੁਹਾਨੂੰ ਪਤਾ ਹੀ ਆ ਹੁਣ 2016 ਦੇ ਵਿੱਚ ਨਾ ਡੀਮੋਨੀਟਾਈਜੇਸ਼ਨ ਹੋਈ ਸੀ ਜਦੋਂ ਨਿਊ ਕਰੰਸੀ ਪ੍ਰਿੰਟ ਹੋਈ ਸੀ ਤਾਂ ਨਿਊ ਕਰੰਸੀ ਪ੍ਰਿੰਟ ਕਰਨ ਦਾ ਅਧਿਕਾਰ ਕਿਹਦੇ ਕੋਲ ਆ ਸਿਰਫ ਸੈਂਟਰਲ ਬੈਂਕ ਕੋਲ ਆ ਹੋਰ ਕੋਈ ਬੈਂਕ ਇਹਨੂੰ ਪ੍ਰਿੰਟ ਨਹੀਂ ਕਰ ਸਕਦੀ ਠੀਕ ਹੈ ਜੀ ਨੈਕਸਟ ਹੈਗਾ ਬੈਂਕਰ ਆ ਇਹ ਏਜੰਟ ਆ ਐਡਵਾਈਜ਼ਰੀ ਆ ਐਂਡ ਏਜੰਟ ਆਫ ਐਡਵਾਈਜ਼ਰੀ ਆਫ ਦੀ ਗੌਰਮੈਂਟ ਵੀ ਇਹ ਕੀ ਹੈ ਇੱਕ ਤਰ੍ਹਾਂ ਦਾ ਏਜੰਟ ਦਾ ਵਰਕ ਵੀ ਕਰਦੀ ਆ ਗੌਰਮੈਂਟ ਦੇ ਤੌਰ 'ਤੇ ਜਿਵੇਂ ਗੌਰਮੈਂਟ ਨੇ ਕਹਿਣਾ ਵੀ ਪੈਸੇ ਕਲੈਕਟ ਕਰੋ ਲੋਕਾਂ ਤੋਂ ਇਹ ਉਹਨਾਂ ਦਾ ਏਜੰਟ ਬਣ ਕੇ ਪੈਸੇ ਵੀ ਕਲੈਕਟ ਕਰਦੀ ਆ ਬੈਂਕਰ ਵੀ ਆ ਵੀ ਜਦੋਂ ਗੌਰਮੈਂਟ ਨੂੰ ਲੋੜ ਪੈਂਦੀ ਹੈ ਪੈਸੇ ਦੀ ਤਾਂ ਇਹ ਪੈਸਾ ਇਹਨਾਂ ਨੂੰ ਪ੍ਰੋਵਾਈਡ ਕਰਦੀ ਆ ਐਡਵਾਈਜ਼ਰੀ ਵੀ ਦਿੰਦੀ ਆ ਵੀ ਕਿਸ ਤਰੀਕੇ ਨਾਲ ਅਸੀਂ ਕੀ ਆ ਇੰਪਲੋਇਮੈਂਟ ਨੂੰ ਜਨਰੇਟ ਕਰ ਸਕਦੇ ਹਾਂ ਜਾਂ ਕਿਸ ਤਰੀਕੇ ਨਾਲ ਜਿਹੜਾ ਪੈਸਾ ਵਾ ਸਰਕੂਲੇਟ ਕੀਤਾ ਜਾਊਗਾ ਠੀਕ ਹੈ ਜੀ ਜਿਵੇਂ ਹੁਣ ਤੁਹਾਨੂੰ ਪਤਾ ਵੀ ਮੋਦੀ ਜੀ ਨੇ 2-2 3-3 ਹਜ਼ਾਰ ਜਿਹੜੇ ਗਰੀਬਾਂ ਦੇ ਖਾਤੇ ਵਿੱਚ ਪਾਏ ਤਾਂ ਉਹ ਬੈਂਕਾਂ ਦੇ ਦੁਆਰਾ ਪਾਏ ਗਏ ਕਿਹਨਾਂ ਨੇ ਪਵਾਏ ਸੀਗੇ ਗੌਰਮੈਂਟ ਨੇ ਪਵਾਏ ਸੀ ਤਾਂ ਇਹ ਕੀ ਆ ਐਡਵਾਈਸ ਦਿੰਦੀ ਆ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਅਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹਾਂ ਗਰੀਬ ਲੋਕਾਂ ਦੇ ਖਾਤੇ ਦੇ ਵਿੱਚ ਥਰਡ ਹੈਗਾ ਵਾ ਕਸਟੇਡੀਅਨ ਆਫ ਦੀ ਕੈਸ਼ ਰਿਜ਼ਰਵ ਹੁਣ ਜਿੰਨਾ ਵੀ ਕੈਸ਼ ਰਿਜ਼ਰਵ ਰੱਖਣਾ ਵਾ ਬੈਂਕਸ ਦੇ ਵਿੱਚ ਵੀ ਕਿੰਨਾ ਪੈਸਾ ਬੈਂਕ ਦੇ ਵਿੱਚ ਸਰਕੂਲੇਟ ਕਰਨਾ ਵਾ ਕਿਹਨੂੰ ਕਿਹੜੀ ਬ੍ਰਾਂਚ ਦੇ ਵਿੱਚ ਕਿੰਨਾ ਪੈਸਾ ਭੇਜਣਾ ਵਾ ਤੇ ਕਿਸ ਤਰੀਕੇ ਨਾਲ ਉਹਨੂੰ ਕੰਟਰੋਲ ਕਰਨਾ ਵਾ ਇਹ ਸਾਰੀ ਵਰਕਿੰਗ ਕੌਣ ਦੇਖਦਾ ਵਾ ਸੈਂਟਰਲ ਬੈਂਕ ਦੇਖਦਾ ਜਾਣੀ ਕਿ ਇਹ ਕਸਟੇਡੀਅਨ ਆ ਕੈਸ਼ ਰਿਜ਼ਰਵ ਦਾ ਇਹਦੇ ਕੋਲ ਸਾਰਾ ਰਿਕਾਰਡ ਹੁੰਦਾ ਵੀ ਕਿਹੜੇ ਬ੍ਰਾਂਚ ਦੇ ਵਿੱਚ ਕਿੰਨਾ ਪੈਸਾ ਪਿਆ ਵਾ ਨੈਕਸਟ ਹੈਗਾ ਕਸਟੇਡੀਅਨ ਆਫ ਫੋਰਨ ਬੈਲੈਂਸ ਵੀ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਐਕਸਚੇਂਜ ਕੀਤਾ ਜਾਂਦਾ ਜਾਂ ਤੁਸੀਂ ਕਹਿ ਦਿਓ ਵੀ ਡਾਲਰ ਪ੍ਰੋਵਾਈਡ ਹੋ ਜਾਂਦੇ ਆ ਤੁਸੀਂ ਦੇਖਿਆ ਹੋਣਾ ਵੀ ਜਿਵੇਂ ਤੁਹਾਡੇ ਬ੍ਰਦਰ ਸਿਸਟਰ ਕੋਈ ਫੋਰਨ ਗਿਆ ਹੋਣਾ ਤਾਂ ਇੰਡੀਆ ਦੇ ਵਿੱਚੋਂ ਵੀ ਡਾਲਰ ਐਕਸਚੇਂਜ ਕਰਵਾ ਸਕਦੇ ਆ ਜਾਣੀ ਕਿ ਡਾਲਰ ਲੈ ਸਕਦੇ ਆ ਤਾਂ ਇਹ ਕਿਵੇਂ ਹੋ ਸਕਦਾ ਹੈ ਵਿਦ ਦੀ ਹੈਲਪ ਆਫ ਦੀ ਸੈਂਟਰਲ ਗਵਰਨਮੈਂਟ ਅਪਰੂਵਲ ਦਿੰਦੀ ਹੈ ਕੁਝ ਕੁ ਬੈਂਕਾਂ ਨੂੰ ਵੀ ਤੁਸੀਂ ਕੀ ਆ ਫੋਰਨ ਬੈਲੈਂਸ ਦੇ ਨਾਲ ਡੀਲ ਕਰ ਸਕਦੇ ਹੋ ਜਾਣੀ ਕਿ ਤੁਸੀਂ ਜਦੋਂ ਵੀ ਉਹਨਾਂ ਨੂੰ ਲੋੜ ਪਏਗੀ
ਤਾਂ ਉਹਨਾਂ ਨੂੰ ਪੈਸਾ ਪ੍ਰੋਵਾਈਡ ਤੁਸੀਂ ਕਰਵਾਉਣਾ ਵਾ। ਤਾਂ ਇਸ ਤਰੀਕੇ ਨਾਲ ਜਿਹੜਾ ਸੈਂਟਰਲ ਬੈਂਕ ਆ ਉਹ ਵਰਕ ਕਰਦਾ ਵਾ। ਫਿਫਥ ਹੈਗਾ ਲੈਂਡਰ ਆਫ ਦੀ ਲਾਸਟ ਰਿਸੋਰਟ। ਇਹ ਸਭ ਸਾਰੇ ਬੰਦਿਆਂ ਦਾ ਜਿਨ੍ਹਾਂ ਨੇ ਪੈਸੇ ਲੈਣਾ ਹੋਵੇ ਇੰਡੀਆ ਦੇ ਵਿੱਚੋਂ ਜਨਰੇਟ ਕਰਨਾ ਹੋਵੇ, ਤਾਂ ਇਹ ਲਾਸਟ ਬੰਦਾ ਵਾ ਜਿਹੜਾ ਕਿ ਪੈਸੇ ਦੇ ਸਕਦਾ ਵਾ। ਉਦੋਂ ਬਾਅਦ ਜੇਕਰ ਬੈਂਕਾਂ ਕੋਲ, ਜੇਕਰ ਸੈਂਟਰਲ ਬੈਂਕ ਕੋਲ ਪੈਸਾ ਨਹੀਂ, ਤਾਂ ਇਸ ਦਾ ਮਤਲਬ ਕੀ ਆ ਵੀ ਤੁਹਾਨੂੰ ਪੈਸਾ ਲੈਣ ਲਈ ਬਾਹਰ ਜਾਣਾ ਪਊ, ਯਾਨੀ ਕਿ ਫੋਰਨਰ ਬੈਂਕ ਦੇ ਉੱਤੇ ਡਿਵੈਲਪਡ ਰਹਿਣਾ ਪੈਣਾ, ਜਾਂ ਕੀ ਆ ਫੋਰਨ ਕੰਟਰੀਜ਼ ਤੋਂ ਮਦਦ ਲੈਣੀ ਪੈਣੀ ਆ। ਤੇ ਇਹ ਸਾਰਿਆਂ ਦਾ ਲਾਸਟ ਰਿਸੋਰਟ ਹੁੰਦਾ। ਇਹ ਚਾਹੇ ਬੈਂਕ ਹੋਣ, ਚਾਹੇ ਕੀ ਹੋਣ, ਸੈਂਟਰਲ ਗਵਰਨਮੈਂਟ ਹੋਵੇ, ਤਾਂ ਉਹਨਾਂ ਸਾਰਿਆਂ ਨੂੰ ਲੋਨ ਪ੍ਰੋਵਾਈਡ ਕਰਨ ਦਾ ਜਿਹੜਾ ਕੰਮ ਆ ਉਹ ਸੈਂਟਰਲ ਬੈਂਕ ਦਾ। ਜੇਕਰ ਇਹ ਨਹੀਂ ਪ੍ਰੋਵਾਈਡ ਕਰਵਾ ਸਕਦੀ ਤਾਂ ਤੁਹਾਨੂੰ ਪੈਸੇ ਲੈਣ ਦੇ ਲਈ ਫੋਰਨ ਕੰਟਰੀ ਦੇ ਵਿੱਚ ਜਾਣਾ ਪਊਗਾ। ਨੈਕਸਟ ਹੈਗਾ ਵਾ ਕਲੀਅਰਿੰਗ ਹਾਊਸ। ਇਹ ਜਿੰਨੇ ਵੀ ਤੁਸੀਂ ਮੇ ਵੀ ਦੇਖਿਆ ਹੋਣਾ ਵੀ ਜਿਹੜੇ ਚੈੱਕ ਹੁੰਦੇ ਆ, ਉਹ ਚੈੱਕ ਜਿਹੜਾ ਕਲੀਅਰ ਕਰਨ ਦੀ ਅਪਰੂਵਲ ਕੌਣ ਦਿੰਦਾ ਹੁੰਦਾ? ਸੈਂਟਰਲ ਬੈਂਕ ਦਿੰਦਾ ਹੁੰਦਾ, ਕਿਉਂਕਿ ਸੈਂਟਰਲ ਬੈਂਕ ਦੇ ਕੋਲ ਹੀ ਇਹ ਪਾਵਰ ਹੁੰਦੀ ਆ ਵੀ ਸਾਰੇ ਚੈੱਕਾਂ ਨੂੰ ਕਲੀਅਰ ਕਰਨਾ, ਕਿਉਂਕਿ ਉਹਦੇ ਕੋਲ ਸਾਰਾ ਰਿਕਾਰਡ ਹੁੰਦਾ ਹਰੇਕ ਬ੍ਰਾਂਚਿਸ ਦਾ। ਤਾਂ ਇਹ ਜਿਹੜੇ ਕਲੀਅਰੈਂਸ ਨੇ, ਜਿਵੇਂ ਕਿ ਤੁਸੀਂ ਕੀ ਆ ਫੋਰਨ ਤੋਂ ਵੀ ਕੋਈ ਚੀਜ਼ ਮੰਗਾਉਣੀ ਆ, ਤਾਂ ਇਹਦੀ ਕਲੀਅਰੈਂਸ ਕੌਣ ਦਵਾਉਂਦਾ ਵਾ? ਆਰਬੀਆਈ ਦਵਾਉਂਦਾ ਵਾ। ਜਾਂ ਪੈਸੇ ਤੁਹਾਨੂੰ ਟ੍ਰਾਂਸਫਰ ਹੁੰਦੇ ਆ ਫੋਰਨ ਕੰਟਰੀ ਤੋਂ, ਤਾਂ ਉਹ ਸਾਰਿਆਂ ਦੀ ਕਲੀਅਰੈਂਸ ਕੌਣ ਦਿੰਦਾ? ਆਰਬੀਆਈ ਦਿੰਦਾ। ਫਿਰ ਉਦੋਂ ਬਾਅਦ ਜਾ ਕੇ ਇਹ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਂਦੇ ਆ। ਨੈਕਸਟ ਹੈਗਾ ਕੰਟਰੋਲਰ ਆਫ ਕ੍ਰੈਡਿਟ। ਵੀ ਜਿਨ੍ਹਾਂ ਨੂੰ ਪੈਸੇ ਉਧਾਰ ਦੇਣੇ ਆ, ਯਾਨੀ ਕਿ ਕਿਹੜੀ ਬ੍ਰਾਂਚ ਦੇ ਵਿੱਚ ਕਿੰਨਾ ਪੈਸਾ ਦਈਏ, ਤਾਂ ਜੋ ਉਹ ਕੀ ਆ ਉਹ ਸਾਰੇ ਬੈਂਕਾਂ ਦੀ ਕੀ ਆ ਲਿਮਿਟ ਫਿਕਸ ਕਰ ਦਿੰਦੀ ਆ ਵੀ ਤੁਸੀਂ ਮੈਕਸਿਮਮ ਕਿੰਨੇ ਕ੍ਰੈਡਿਟ ਦੇ ਉੱਤੇ ਪੈਸੇ ਦੇ ਸਕਦੇ ਹੋ। ਇਦੋਂ ਵੱਧ ਜਿਹੜੀ ਕ੍ਰੈਡਿਟ ਤੁਸੀਂ ਨਹੀਂ ਦੇ ਸਕਦੇ, ਜਾਂ ਇਦੋਂ ਘੱਟ ਤੁਸੀਂ ਨਹੀਂ ਰੱਖ ਸਕਦੇ। ਠੀਕ ਹੈ ਜੀ। ਇਹ ਸਾਰਾ ਵਰਕ ਕਿਹਨੇ ਰੱਖਣਾ ਹੁੰਦਾ ਵਾ? ਸੈਂਟਰਲ ਬੈਂਕ ਦੱਸਦਾ ਵਾ, ਉਹਨਾਂ ਨੂੰ ਗਾਈਡਲਾਈਨ ਦਿੰਦਾ ਵਾ ਵੀ ਤੁਸੀਂ ਇੰਨਾ ਪੈਸਾ ਹੀ ਸਰਕੂਲੇਟ ਕਰ ਸਕਦੇ ਹੋ ਮਾਰਕੀਟ ਦੇ ਵਿੱਚ, ਇਦੋਂ ਵੱਧ ਨਹੀਂ ਕਰਨਾ ਹੈਗਾ। ਤੇ ਉਹਦਾ ਸਾਰਾ ਰਿਕਾਰਡ ਕਿਹਦੇ ਕੋਲ ਹੁੰਦਾ? ਬੈਂਕ ਕੋਲ। ਤੇ ਦੂਜਾ ਕਿਹਦੇ ਕੋਲ ਹੁੰਦਾ? ਸੈਂਟਰਲ ਬੈਂਕ ਕੋਲ। ਲਾਸਟ ਹੈਗਾ ਵਾ ਪ੍ਰੋਟੈਕਸ਼ਨ ਆਫ ਟੂ ਦੀ ਡਿਪੋਜ਼ਿਟਰ ਇੰਟਰਸਟ। ਹੁਣ ਜਿਹਨੇ ਬੰਦੇ ਨੇ ਪੈਸਾ ਜਮ੍ਹਾਂ ਕਰਾਇਆ ਕਿਸੇ ਵੀ ਬੈਂਕ ਦੇ ਵਿੱਚ, ਕੱਲ ਨੂੰ ਉਹ ਬੈਂਕ ਉਹਦਾ ਪੈਸਾ ਲੈ ਕੇ ਭੱਜ ਜਾਵੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕੌਣ ਕਰਦਾ ਵਾ? ਸੈਂਟਰਲ ਬੈਂਕ ਕਰਦਾ ਵਾ। ਸੈਂਟਰਲ ਬੈਂਕ ਫਿਰ ਉਹਨਾਂ ਤੋਂ ਲੈਂਦਾ ਵਾ, ਤੇ ਬਾਅਦ ਵਿੱਚ ਉਹ ਲੋਕਾਂ ਨੂੰ ਜਿਹੜੇ ਪੈਸੇ ਨੇ, ਜਿਹੜੇ ਜਿਨ੍ਹਾਂ ਨੇ ਡਿਪੋਜ਼ਿਟ ਕਰਾਏ ਹੋਏ ਸੀ, ਉਹਨਾਂ ਨੂੰ ਸਾਰੇ ਪੈਸੇ ਜਿਹੜਾ ਸਰਕੂਲੇਟ ਕਰਦਾ ਉਹ ਕੌਣ ਕਰਦਾ ਵਾ? ਸੈਂਟਰਲ ਬੈਂਕ ਕਰ ਦਿੰਦਾ ਵਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ 8 ਪੁਆਇੰਟ। ਨੈਕਸਟ ਹੈ ਸਾਡੇ ਕੋਲ